ਵਾਸੂ ਇੱਕ ਪਰਚੀ ਜਿਹੜੀ ਕਿ ਬਾਰ-ਬਾਰ ਹੁਣ ਬੈਂਕ ਆਫ ਕੈਨੇਡਾ ਦੇ ਗਵਰਨਰ ਲੋਕਾਂ ਨੂੰ ਕੈਨੇਡੀਅਨਸ ਨੂੰ ਪਰਚੀ ਕਿ ਉਹ ਤਾਂ ਪੂਰਾ ਬੈਨਰ ਵਿਖਾ ਰਹੇ ਨੇ ਹੁਣ ਇਸ ਗੱਲ ਦੀ ਵਾਰਨਿੰਗ ਮੁੜ-ਮੁੜ ਕੇ ਸਾਂਝੀ ਕਰ ਰਹੇ ਨੇ ਕਿ ਆਗਾਹ ਰਹੋ ਹੁਣ ਇੰਟਰਸਟ ਰੇਟਸ ਦੇ ਵਿੱਚ ਵਾਧਾ ਹੋ ਰਿਹਾ ਤੇ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਫਾਈਨੈਂਸ਼ੀਅਲੀ। ਜਿਹੜੀ ਕੱਲ੍ਹ ਉਹਨਾਂ ਨੇ ਗੱਲ ਸਾਂਝੀ ਕੀਤੀ ਆ ਉਹਦੇ ਵਿੱਚ ਸਾਰਾ ਦਾਰੋਮਦਾਰ ਰਿਹਾ ਮੌਰਗੇਜਿਸ ਦੇ ਕੌਂਟੈਕਸਟ ਦੇ ਵਿੱਚ, ਕਿਉਂਕਿ ਪੈਂਡੈਮਿਕ ਦੌਰਾਨ ਸਾਨੂੰ ਪਤਾ ਕਿ ਰੇਟਸ ਇੰਨੇ ਘੱਟ ਸੀਗੇ ਜਿਨ੍ਹਾਂ ਲੋਕਾਂ ਨੇ 2020 ਤੇ 2021 ਦੇ ਵਿੱਚ ਮੌਰਗੇਜਿਸ ਲਈਆਂ ਨੇ, ਬੜੇ ਹਿਸਟੋਰਿਕ ਲੋ ਰੇਟਸ 'ਤੇ ਉਹਨਾਂ ਨੂੰ ਮੌਰਗੇਜ ਮਿਲ ਗਈ ਆ। ਪਰ ਜਦੋਂ ਹੁਣ ਰੀਨਿਊਅਲ ਦਾ ਵੇਲਾ ਆਉਣਾ ਬਾਏ 2025-2026 ਉਹਨਾਂ ਵਾਸਤੇ ਬਹੁਤ ਜ਼ਿਆਦਾ ਮੁਸ਼ਕਲਾਂ ਹੋ ਸਕਦੀਆਂ ਨੇ। ਔਨ ਐਵਰੇਜ 30% ਤੱਕ ਮੌਰਗੇਜ ਪੇਮੈਂਟਸ ਦੇ ਵਿੱਚ ਵਾਧਾ ਹੋ ਸਕਦਾ। ਅਤੇ ਜਿਹੜਾ ਇਹ ਨੰਬਰ ਹੈ ਵੱਖੋ ਵੱਖਰਾ, ਜੇ ਕਿਸੇ ਦੀ ਵੇਰੀਏਬਲ ਰੇਟ ਮੌਰਗੇਜ ਆ ਜਾਂ ਜੇ ਕਿਸੇ ਦੀ ਫਿਕਸਡ ਰੇਟ ਮੌਰਗੇਜ ਆ ਉਹਦੇ ਵਿੱਚ ਜਿਹੜੇ ਵਾਧੇ ਹੋਣਗੇ ਉਹ ਡਿਫਰੈਂਟ ਰਹਿਣਗੇ। ਪਰ ਪੈਂਡੈਮਿਕ ਦੌਰਾਨ ਜਿਹੜਾ ਘਰਾਂ ਦੀਆਂ ਕੀਮਤਾਂ 'ਚ ਆਲਮੋਸਟ 50% ਦਾ ਵਾਧਾ ਹੋਇਆ, ਉਹ ਵਾਧਾ ਉਹਦੇ ਫਾਊਂਡੇਸ਼ਨ ਦੇ ਵਿੱਚ ਜਿਹੜੀ ਮੌਰਗੇਜ ਡੈਟ ਹੈ ਉਹ ਇੱਕ ਬਹੁਤ ਵੱਡਾ ਕਰਜ਼ੇ ਦਾ ਪਹਾੜ ਖੜਾ ਹੋਇਆ। ਅਤੇ ਉਹ ਹੁਣ ਕਰਜ਼ੇ ਦਾ ਪਹਾੜ ਕੈਨੇਡਾ ਦੀ ਇਕੋਨਮੀ ਵਾਸਤੇ ਵੀ ਇੱਕ ਬਹੁਤ ਵੱਡੀ ਵਲਨਰੇਬਿਲਿਟੀ ਬਣਦਾ ਜਾ ਰਿਹਾ। ਸੋ ਇਹ ਸਾਰੀ ਗੱਲ ਆਈ ਕਿੱਥੋਂ ਹੈ? ਸੋ ਟਿਫ ਮੈਕਲਮ ਨੇ ਕੱਲ੍ਹ ਇਹ ਗੱਲ ਕਿਉਂ ਕੀਤੀ? ਕਿਉਂਕਿ ਕੱਲ੍ਹ ਬੈਂਕ ਆਫ ਕੈਨੇਡਾ ਵੱਲੋਂ ਆਪਣਾ ਫਾਈਨੈਂਸ਼ੀਅਲ ਸਿਸਟਮ ਰਿਵਿਊ ਜਾਰੀ ਕੀਤਾ ਗਿਆ। ਸੋ ਉਹਦੇ ਸੰਦਰਭ ਵਿੱਚ ਉਹ ਗੱਲ ਕਰ ਰਹੇ ਸਨ ਤੇ ਇਹਦੇ ਵਿੱਚ ਸਿਰਫ ਹਾਊਸਿੰਗ ਮੌਰਗੇਜਸ ਬਾਰੇ ਗੱਲ ਨਹੀਂ ਹੋਈ, ਓਵਰਆਲ ਇਕੋਨਮੀ ਦੀ ਗੱਲ ਹੋਈ ਹੈ। ਪਰ ਐਜ਼ ਯੂ ਸੈਡ ਦ ਮੇਨ ਪਲੈਂਕ ਵਾਜ਼ ਹਾਊਸਿੰਗ ਮੌਰਗੇਜਸ। ਸੋ ਉਹਦੇ ਵਿੱਚ ਉਹਨਾਂ ਦੱਸਿਆ, ਕਹਿੰਦੇ ਵੀ ਹੁਣ ਜਿਹੜਾ ਸਾਨੂੰ ਓਵਰਨਾਈਟ ਲੈਂਡਿੰਗ ਰੇਟ ਆ ਉਹਦੇ ਵਿੱਚ 1.5% ਤੱਕ ਹੋਰ ਵਾਧਾ ਕਰਨਾ ਪੈਣਾ ਜੇ ਅਸੀਂ ਇਨਫਲੇਸ਼ਨ ਨੂੰ ਕੰਟਰੋਲ ਕਰਨਾ, 2% ਵਾਲੀ ਰੇਂਜ ਲੈ ਕੇ ਆਉਣਾ। ਤੇ ਕਹਿੰਦੇ ਉਹਦੇ ਕਰਕੇ ਮੌਰਗੇਜਸ ਜਿਹੜੇ ਰੇਟਸ ਨੇ ਕਹਿੰਦੇ ਉਹ ਵਧਣਗੇ, ਓਬਵੀਅਸ ਗੱਲ ਹੈ। ਸੋ ਜੇਕਰ ਓਵਰਨਾਈਟ ਲੈਂਡਿੰਗ ਰੇਟ 1.5% ਤੋਂ ਵੱਧ ਕੇ 3% ਹੁੰਦਾ ਤੇ ਉਹਦੇ ਨਾਲ ਜਿਹੜਾ ਪ੍ਰਾਈਮ ਰੇਟ ਆ 5.2% ਹੋ ਜਾਣਾ। ਤੇ ਉਹਨਾਂ ਨੇ ਕਈ ਐਗਜ਼ਾਮਪਲਸ ਕੋਟ ਕੀਤੀਆਂ ਨੇ ਬੈਂਕ ਆਫ ਕੈਨੇਡਾ ਨੇ। ਉਹਨਾਂ ਦੱਸਿਆ, ਕਹਿੰਦੇ ਵੀ ਜਿਹੜਾ ਵੇਰੀਏਬਲ ਲੋਨ ਆ ਉਹ ਕਹਿੰਦੇ 5 ਸਾਲਾਂ ਦੇ ਵਿੱਚ ਵੱਧ ਕੇ ਜਿਹੜਾ ਰੇਟ ਆ ਉਹ 4.4% ਹੋ ਜਾਣਾ। ਫਿਕਸਡ ਰੇਟ ਜਿਹੜਾ ਫਿਕਸ ਲੋਨ ਆ ਉਹਦਾ ਰੇਟ ਜਿਹੜਾ ਉਹ 4.5%, ਜੋ ਕਿ ਹੁਣ ਵੀ ਉਹਦੀ ਉਸੇ ਰੇਂਜ ਵਿੱਚ ਹੀ ਹੈ। ਕਹਿੰਦੇ ਇਹਦੇ ਨਾਲ ਹੋਣਾ ਕੀ ਹੈ ਕਿ ਜਿਹੜੀ ਮੌਰਗੇਜ ਪੇਮੈਂਟ ਆ ਉਹ ਐਵਰੇਜ ਵੱਧ ਕੇ 30% ਐਜ਼ ਯੂ ਮੈਨਸ਼ਨਡ, ਅਤੇ ਜਿਨ੍ਹਾਂ ਦੇ ਫਿਕਸਡ ਰੇਟ ਲਏ ਹੋਏ ਨੇ ਮੌਰਗੇਜਸ ਉਹਨਾਂ ਦੀ ਜਿਹੜੀ ਐਵਰੇਜ ਮੌਰਗੇਜ ਪੇਮੈਂਟ ਆ ਉਹਦੇ ਵਿੱਚ 24% ਵਾਧਾ ਹੋਣਾ ਮੰਥਲੀ ਪੇਮੈਂਟ ਦੇ ਵਿੱਚ। ਵੇਰੀਏਬਲ ਰੇਟ ਵਾਲੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਕਿਉਂਕਿ ਜਿਨ੍ਹਾਂ ਨੇ 2020-2021 ਦੇ ਵਿੱਚ ਵੇਰੀਏਬਲ ਰੇਟ 'ਤੇ ਮੌਰਗੇਜ ਲੈ ਲਈ, ਪਿਛਲੇ 2 ਸਾਲ ਸਾਨੂੰ ਪਤਾ ਹੈ ਕਿ ਇੰਟਰਸਟ ਰੇਟ ਰਿਕਾਰਡ ਲੋ ਪੱਧਰ 'ਤੇ ਸੀਗੇ। ਸੋ ਉਹਦੇ ਵਿੱਚ ਹੁਣ ਜਦੋਂ ਵਾਧਾ ਹੋਇਆ ਤੇ ਉਹਨਾਂ ਦੀ ਮੌਰਗੇਜ ਪੇਮੈਂਟ ਔਨ ਐਵਰੇਜ 44% ਤੱਕ ਵੱਧ ਜਾਣੀ ਹੈ, 44%। ਸੋ ਇਹਦੇ ਵਿੱਚ ਇਹ ਵੀ ਦੱਸਿਆ ਗਿਆ, ਕਹਿੰਦੇ 1650 ਇਸ ਵੇਲੇ ਐਵਰੇਜ ਜਿਹੜੀ ਮੌਰਗੇਜ ਪੇਮੈਂਟ ਬਣਦੀ ਹੈ ਜਿਨ੍ਹਾਂ ਦੇ ਕੋਲ ਵੇਰੀਏਬਲ ਰੇਟ ਹੈ ਕਹਿੰਦੇ ਉਹ ਵੱਧ ਕੇ 2370 ਹੋ ਜਾਣੀ ਹੈ। ਸੋ 1650 ਤੋਂ 2370। ਤੇ ਇੱਕ ਗੱਲ ਹੋਰ ਵਾਸੂ, ਜਿਹੜੇ ਕੱਲ੍ਹ ਅੰਕੜੇ ਸਾਂਝੇ ਕੀਤੇ ਗਏ ਕੈਨੇਡਾ ਦੇ ਵਿੱਚ ਰੈਂਟਰਸ ਵਰਸਿਸ ਓਨਰਸ, ਉਹ ਅੰਕੜੇ ਕੀ ਕਹਿੰਦੇ ਨੇ? ਕਿਰਾਏ ਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਉਹ ਪਰਸੈਂਟੇਜ ਹੈ 37%। ਜਿਹੜੇ ਹੋਮ ਓਨਰਸ ਨੇ ਜਿਨ੍ਹਾਂ ਦੀ ਕੋਈ ਮੌਰਗੇਜ ਨਹੀਂ ਆ, ਦੈਟ ਇਜ਼ 28%। ਹੋਮ ਓਨਰਸ ਜਿਨ੍ਹਾਂ ਦੇ ਸਿਰ 'ਤੇ ਮੌਰਗੇਜ ਵੀ ਹੈਗੀ ਆ, ਦੈਟ ਇਜ਼ ਅਬਾਊਟ 35%। ਉਹਨਾਂ 35% ਦੇ ਵਿੱਚੋਂ 25% ਕੋਲ ਫਿਕਸਡ ਰੇਟ ਆ, 10% ਦੇ ਕੋਲ ਹੈਗਾ ਵੇਰੀਏਬਲ ਰੇਟ। ਇਹਦੇ ਜਿਹੜੀ ਇੱਕ ਚੀਜ਼ ਹਲੇ ਵੈਸੇ ਮਿਸਿੰਗ ਰਹੀ ਆ ਕਿ ਜਿਹੜੇ ਹੋਮ ਓਨਰਸ ਦੇ ਕੋਲ ਕੋਈ ਮੌਰਗੇਜ ਨਹੀਂ, ਬੇਸਿਕਲੀ ਉਹਨਾਂ ਦਾ ਘਰ ਫ੍ਰੀ ਹੋ ਚੁੱਕਿਆ, ਕਿ ਉਹਨਾਂ ਕੋਲ ਲਾਈਨ ਆਫ ਕ੍ਰੈਡਿਟ ਹੈਗੀ ਹੈ ਅਤੇ ਉਹਨਾਂ ਨੇ ਲਾਈਨ ਆਫ ਕ੍ਰੈਡਿਟ ਤੋਂ ਕਰਜ਼ਾ ਚੱਕਿਆ ਕਿ ਨਹੀਂ। ਕਿਉਂਕਿ ਇਹਦੇ ਵਿੱਚ ਸਪੈਸੀਫਿਕਲੀ ਜਿਹੜੇ ਮੌਰਗੇਜ ਵਾਲਾ ਡੈਟ ਆ ਉਹਦੀ ਗੱਲ ਹੋਈ ਆ, ਸਿਕਿਉਰਡ ਲੋਨਸ ਦੀ ਗੱਲ ਨਹੀਂ ਹੋਈ। ਜਦੋਂ ਲਾਈਨ ਆਫ ਕ੍ਰੈਡਿਟ ਆ ਜਾਂਦੀ ਹੈ ਉਹ ਸਿਕਿਉਰਡ ਲੋਨ ਦੇ ਵਿੱਚ ਆ ਜਾਂਦੀ ਆ। ਪਲੱਸ ਜਿਹੜੀ ਤੁਸੀਂ ਦੱਸੀ ਇਹ ਗੱਲ ਕਿ ਵੇਰੀਏਬਲ ਵਾਲੇ ਸਿਰਫ 10% ਨੇ, ਮੈਨੂੰ ਲੱਗਦਾ ਪਿਛਲੇ 1-2 ਸਾਲਾਂ ਦੌਰਾਨ ਉਹਨਾਂ ਦੀ ਸੰਖਿਆ ਵੀ ਬਹੁਤ ਵਧੀ ਹੋਣੀ ਹੈ। ਦੈਟਸ ਰਾਈਟ, ਕਿਉਂਕਿ ਵੇਰੀਏਬਲ ਰੇਟ 'ਤੇ ਤੁਹਾਨੂੰ ਡਿਸਕਾਊਂਟਸ ਵੀ ਚੰਗੇ ਖਾਸੇ ਮਿਲ ਰਹੇ ਸੀ। ਸੋ ਵਾਸੂ, ਜਿੱਥੇ ਹੁਣ ਇਹ ਫਾਈਨੈਂਸ਼ੀਅਲ ਸਿਸਟਮ ਦਾ ਰਿਵਿਊ ਕੀਤਾ ਗਿਆ, ਜੇ ਇਹਨੂੰ ਆਪਾਂ ਜੋੜ ਕੇ ਵੇਖੀਏ, ਜਿਹੜੇ ਅੱਜ ਜੋਬ ਨੰਬਰਸ ਆਏ ਨੇ, ਹਲੇ ਚਲੋ ਹਾਲ ਦੀ ਘੜੀ ਜੋਬ ਨੰਬਰਸ ਇਹ ਦੱਸ ਰਹੇ ਨੇ ਕਿ 1976 ਤੋਂ ਬਾਅਦ ਹਲੇ ਬੇਰੁਜ਼ਗਾਰੀ ਦੀ ਦਰ ਮਈ ਦੇ ਮਹੀਨੇ ਸਭ ਤੋਂ ਘੱਟ ਰਹੀ ਆ। ਜਦੋਂ ਇੰਟਰਸਟ ਰੇਟਸ ਦੇ ਵਿੱਚ ਵਾਧਾ ਹੁੰਦਾ, ਬਾਕੀ ਦੇ ਜਿਹੜੇ ਫੈਕਟਰਸ ਨੇ ਕੰਬਾਈਨ ਹੁੰਦੇ ਨੇ, ਲੋਕਾਂ ਵੱਲੋਂ ਡਿਮਾਂਡ ਹੁਣ ਘੱਟ ਰਹੀ ਆ ਕਿਉਂਕਿ ਖਰਚੇ ਹੋਰ ਪਾਸਿਓਂ ਵੱਧ ਰਹੇ ਨੇ। ਜੇ ਉਹ ਘਟਣੀ ਸ਼ੁਰੂ ਹੋ ਜਾਂਦੀ ਆ, ਜੇ ਸਾਰੇ ਫੈਕਟਰਸ ਇਸ ਹਿਸਾਬ ਨਾਲ ਇਕੱਠੇ ਹੋ ਗਏ ਕਿ ਉੱਧਰੋਂ ਨੌਕਰੀਆਂ ਦੇ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ, ਐਜ਼ ਇਨ ਜੇ ਅਨਇੰਪਲੋਇਮੈਂਟ ਵਧਣੀ ਸ਼ੁਰੂ ਹੋ ਗਈ, ਉਹਦਾ ਇਸ ਇਕਨੋਮਿਕ ਸਿਚੁਏਸ਼ਨ ਦੇ ਉੱਪਰ ਹੋਰ ਵੀ ਮਾਰੂ ਤੇ ਮਾੜਾ ਅਸਰ ਪੈ ਸਕਦਾ। ਇੱਕ ਪਾਸਿਓਂ ਖਰਚੇ ਵੱਧ ਜਾਣੇ ਲੋਕਾਂ ਦੇ। ਹਲੇ ਤੱਕ ਬਹੁਤ ਸਾਰੇ ਲੋਕਾਂ ਵਾਸਤੇ ਇੱਕ ਸਭ ਤੋਂ ਵੱਡਾ ਬਫਰ ਕੀ ਰਿਹਾ ਕਿ ਜੀ ਅਸੀਂ ਘਰ ਖਰੀਦ ਲਿਆ ਸੀ, ਘਰ ਦੀ ਵੈਲਿਊ ਕੋਈ ਨਹੀਂ, ਪਿਛਲੇ ਸਾਲ ਜਿੰਨੇ ਦਾ ਖਰੀਦਿਆ ਸੀ ਉਹ ਤੋਂ ਵੱਧ ਗਿਆ। ਬਹੁਤ ਸਾਰੇ ਲੋਕ ਰੀਵੈਲਿਊਏਸ਼ਨ ਕਰਾ ਕੇ ਉਹਦੇ ਉੱਪਰ ਲਾਈਨ ਆਫ ਕ੍ਰੈਡਿਟ ਲੈ ਕੇ, ਲਾਈਨ ਆਫ ਕ੍ਰੈਡਿਟ 'ਤੇ ਤੁਹਾਨੂੰ ਸਵੱਲੇ ਭਾਅ 'ਤੇ ਵਿਆਜ ਦਰ ਹੁੰਦੀ ਆ,
ਉਹਦੇ ਨਾਲ ਤੁਸੀਂ ਆਪਣੇ ਖਰਚੇ ਵਗੈਰਾ ਤੋੜਦੇ ਰਹਿੰਦੇ ਹੋ। ਪਰ ਹੁਣ ਜਦੋਂ ਉਹ ਵੈਲਿਊ ਵੀ ਉਸ ਹਿਸਾਬ ਦੇ ਨਾਲ ਐਨਹਾਂਸ ਨਹੀਂ ਹੋਣੀ ਆਉਂਦੇ ਸਾਲਾਂ ਦੇ ਵਿੱਚ, ਤੇ ਜੇ ਇੱਧਰਲੇ ਪਾਸਿਓਂ ਇਕਨੋਮਿਕ ਕੰਡੀਸ਼ਨਸ ਹੋਰ ਮਾੜੀਆਂ ਹੋ ਜਾਂਦੀਆਂ ਨੇ, ਤਾਂ ਦੈਟ ਕੁਡ ਲੀਡ ਟੂ ਅ ਲੋਟ ਆਫ ਪ੍ਰੋਬਲਮਸ ਫॉर ਦੀ ਇਕਨੋਮੀ ਐਂਡ ਫॉर ਅ ਲੋਟ ਆਫ ਪੀਪਲ। ਤੇ ਲਾਈਨ ਆਫ ਕ੍ਰੈਡਿਟ ਤੇ ਜਿਹੜਾ ਤੁਹਾਨੂੰ ਇੰਟਰਸਟ ਰੇਟ ਮਿਲਦਾ, ਭਾਵੇਂ ਉਹ ਸਵੱਲੇ ਭਾਅ ਤੇ ਮਿਲਦਾ, ਪਰ ਉਹ ਮਾਰਗੇਜ ਨਾਲੋਂ ਮਹਿੰਗੀ ਹੁੰਦੀ ਹੈ। ਉਹ ਪ੍ਰਾਈਮ ਪਲੱਸ ਹਾਫ ਜਾਂ ਪ੍ਰਾਈਮ ਪਲੱਸ ਸਮਥਿੰਗ ਤੁਹਾਨੂੰ ਮਿਲਦਾ, ਡਿਸਕਾਊਂਟ ਨਹੀਂ ਮਿਲਦਾ। ਉਹ ਤੁਹਾਡੇ ਕੈਸ਼ ਫਲੋ ਦੇ ਵਿੱਚ ਸਿਰਫ ਇਸ ਕਰਕੇ ਵਾਰਾ ਖਾ ਜਾਂਦਾ ਕਿਉਂਕਿ ਉਹਦੀਆਂ ਪੇਮੈਂਟਸ ਇੰਟਰਸਟ ਓਨਲੀ ਹੁੰਦੀਆਂ ਨੇ, ਪਰ ਉਹ ਡੈਟ ਤਾਂ ਹੈ, ਡੈਟ ਉੱਥੇ ਦਾ ਉੱਥੇ ਖੜਾ ਰਹਿੰਦਾ। ਬੜਾ ਡੇਂਜਰਸ ਇੰਸਟਰੂਮੈਂਟ ਆ ਉਹ, ਉਹਨੂੰ ਬਹੁਤ ਵਾਈਜ਼ਲੀ ਵਰਤਣ ਦੀ ਲੋੜ ਆ। ਸੋ ਵਿਜੇ, ਇਹਦੇ ਵਿੱਚ ਹੁਣ ਗੱਲ ਇਹ ਹੈ ਕਿ ਕੱਲ ਜਿਹੜਾ ਫਾਈਨੈਂਸ਼ੀਅਲ ਸਿਸਟਮ ਰਿਵਿਊ ਸਾਂਝਾ ਕੀਤਾ ਗਿਆ, ਉਸ ਤੋਂ ਬਾਅਦ ਮਾਹਰਾਂ ਵੱਲੋਂ ਹੁਣ ਇਹਨੂੰ ਇੱਦਾਂ ਦੇਖਿਆ ਜਾ ਰਿਹਾ ਕਿ ਬੈਂਕ ਆਫ ਕੈਨੇਡਾ ਸ਼ਾਇਦ ਗਰਾਊਂਡ ਤਿਆਰ ਕਰ ਰਿਹਾ ਕਿ ਜਿਹੜਾ 13 ਜੁਲਾਈ ਨੂੰ ਇੰਟਰਸਟ ਰੇਟ ਵਿੱਚ ਵਾਧਾ ਹੋਣਾ, ਉਹ ਸ਼ਾਇਦ 0.5% ਨਹੀਂ 0.75% ਵੀ ਹੋ ਸਕਦਾ। ਹਲੇ ਵਾਸੂ ਇਨਫਲੇਸ਼ਨ ਨੰਬਰਸ ਮੋਸਟ ਲਾਈਕਲੀ ਅਗਲੇ ਹਫਤੇ 10 ਦਿਨ ਦੇ ਅੰਦਰ ਅੰਦਰ ਆਉਣਗੇ। ਮਈ ਵਾਲੇ ਇਨਫਲੇਸ਼ਨ ਨੰਬਰਸ ਕੈਨੇਡਾ ਦੇ ਹਲੇ ਆਏ ਨਹੀਂ, ਤੇ ਉਹ ਜੇ ਅਮਰੀਕਾ ਦੇ ਵਿੱਚ 8.6% ਆ, ਕੈਨੇਡਾ ਦੇ ਵਿੱਚ ਵੀ ਕੋਈ ਬਹੁਤਾ ਸੁਖਾਵਾਂ ਨੰਬਰ ਨਹੀਂ ਹੋਣਾ ਉਹ। ਪਰ ਜਿਹੜੇ ਅੱਜ ਹੁਣ ਜੌਬ ਨੰਬਰਸ ਆ ਗਏ, ਉਹਨਾਂ ਨੇ ਬੈਂਕ ਨੂੰ ਹੋਰ ਅਸ਼ੋਰ ਕਰ ਦੇਣਾ ਇਸ ਗੱਲ ਤੇ ਕਿ ਤੁਸੀਂ ਇੰਟਰਸਟ ਰੇਟ 'ਚ ਹੋਰ ਵਾਧਾ ਕਰ ਸਕਦੇ ਹੋ, ਕਿਉਂਕਿ ਅਨਐਮਪਲੋਇਮੈਂਟ ਰੇਟ ਜਿਹੜਾ ਰਿਕਾਰਡ ਲੋ ਲੈਵਲ ਤੇ ਹੈ। ਤੇ ਡੂਅਲ ਮੈਂਡੇਟ ਜਿਹੜੀ ਐਗਜ਼ੈਕਟਲੀ ਡੂਅਲ ਮੈਂਡੇਟ ਤਾਂ ਨਹੀਂ, ਪਰ ਡੂਅਲ ਮੈਂਡੇਟ ਵਰਗੀ ਜਿਹੜੀ ਨਵੀਂ ਮੈਂਡੇਟ ਸਰਕਾਰ ਨੇ ਦਿੱਤੀ ਹੈ ਬੈਂਕ ਆਫ ਕੈਨੇਡਾ ਨੂੰ, ਉਹ ਇਹ ਹੈ ਕਿ ਇਨਫਲੇਸ਼ਨ ਰੇਟ ਦਾ ਧਿਆਨ ਰੱਖਣਾ, ਦੂਸਰਾ ਐਮਪਲੋਇਮੈਂਟ, ਸਸਟੇਨੇਬਲ ਮੈਕਸਿਮਮ ਐਮਪਲੋਇਮੈਂਟ ਅਚੀਵ ਕਰਨੀ ਹੈ। ਸੋ ਉਹਨਾਂ ਨੇ ਕਹਿਣਾ, ਦੇਖੋ ਜੀ ਐਮਪਲੋਇਮੈਂਟ ਤਾਂ ਰਿਕਾਰਡ ਪੱਧਰ ਤੇ ਵਧੀ ਹੋਈ ਹੈ, ਅਨਐਮਪਲੋਇਮੈਂਟ ਘਟੀ ਹੋਈ ਹੈ, ਸੋ ਗਰਾਊਂਡ ਇਜ਼ ਕਲੀਅਰ। ਇੰਟਰਸਟ ਰੇਟ ਵਧਾਵਾਂਗੇ। ਦਸੰਬਰ ਦੇ ਵਿੱਚ ਉਹ ਜਿਹੜਾ ਮੈਂਡੇਟ ਰਿਨਿਊ ਕੀਤਾ ਗਿਆ ਸੀ ਹਰ 5 ਸਾਲ ਲਈ, ਬੈਂਕ ਆਫ ਕੈਨੇਡਾ ਦਾ ਮੈਂਡੇਟ ਸਰਕਾਰ ਵੱਲੋਂ ਰਿਨਿਊ ਕੀਤਾ ਜਾਂਦਾ। ਸੋ ਉਹਦੇ ਵਿੱਚ ਜਿਹੜੀ ਤੁਸੀਂ ਡਿਊਅਲ ਮੈਂਡੇਟ ਦੀ ਗੱਲ ਕੀਤੀ, ਐਗਜ਼ੈਕਟਲੀ ਉਹਦੇ ਵਿੱਚ ਇਹ ਗੱਲ ਹੋਈ ਸੀ। ਸੋ ਵੇਖਦੇ ਹਾਂ ਵਾਸੂ ਕਹਾਣੀ ਕਿੱਧਰ ਨੂੰ ਜਾਂਦੀ ਆ, ਪਰ ਇਸ ਵੇਲੇ ਇਹ ਆ, ਕਰਜ਼ੇ ਲੈਣ ਤੋਂ ਪਹਿਲਾਂ ਸੋਚੋ, ਆਪਣੇ ਕੈਸ਼ ਫਲੋ ਦਾ ਜ਼ਰੂਰ ਖਿਆਲ ਰੱਖੋ। ਇਸ ਗੱਲ ਵੱਲ ਜ਼ਰੂਰ ਇੱਕ ਆਪਣੇ ਲੈਵਲ ਤੇ ਇਹ ਜ਼ਰੂਰ ਇੱਕ ਕੈਲਕੂਲੇਸ਼ਨ ਕਰੋ। ਹਰ ਬੰਦੇ ਨੂੰ ਇੰਨਾ ਤੇ ਪਤਾ ਹੁੰਦਾ ਆਮ ਤੌਰ ਤੇ ਕਿ ਤੁਹਾਡੀ ਆਮਦਨ ਕਿੰਨੀ ਹੈ ਐਟ ਦੀ ਐਂਡ ਆਫ ਦਾ ਮੰਥ ਔਰ ਬਿਗਨਿੰਗ ਆਫ ਦਾ ਮੰਥ, ਤੁਹਾਨੂੰ ਚੈੱਕ ਕਿੰਨੇ ਦਾ ਆਉਂਦਾ, ਪਰ ਇੱਕ ਇਹ ਹਿਸਾਬ ਜ਼ਰੂਰ ਲਗਾਓ ਤੁਹਾਡਾ ਖਰਚਾ ਕਿੰਨਾ, ਤੇ ਉਹਦੇ ਵਿੱਚੋਂ ਵੇਸਟਫੁਲ ਐਕਸਪੈਂਸ ਕਿਹੜਾ ਜਿਹੜਾ ਤੁਸੀਂ ਮੇ ਬੀ ਕਰਟੇਲ ਕਰ ਸਕਦੇ ਹੋ। ਕਿਉਂਕਿ ਆਉਂਦੇ ਮਹੀਨਿਆਂ ਤੇ ਸਾਲਾਂ ਦੇ ਵਿੱਚ, ਕੁਝ ਕੁਆਰਟਰਸ ਦੇ ਵਿੱਚ, ਇਹ ਬਹੁਤ ਨਾਜ਼ੁਕ ਡੈਲੀਕੇਟ ਸਮਾਂ ਇਹ ਕੱਲ ਬਾਰ-ਬਾਰ ਇਟਸ ਅ ਡੈਲੀਕੇਟ ਟਾਈਮ, ਮਲਟੀਪਲ ਟਾਈਮਸ ਇਹ ਫਰੇਜ਼ ਯੂਜ਼ ਕੀਤਾ ਟਿਫ ਮੈਕਲਮ ਨੇ।